ਵਿੱਤ ਮੰਤਰੀ ਨਿਰਮਲਾ ਸੀਤਾਰਮਨ 1 ਫਰਵਰੀ ਨੂੰ ਕੇਂਦਰੀ ਬਜਟ ਪੇਸ਼ ਕਰਨ ਜਾ ਰਹੇ ਨੇ। ਕੇਂਦਰੀ ਬਜਟ 2023-24 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਖਰੀ ਬਜਟ ਹੋ ਸਕਦਾ ਹੈ। ਹਾਲਾਂਕਿ ਦੇਸ਼ ਦੇ ਬਜਟ ਤੇ ਦੁਨੀਆ ਭਰ ਦੀਆਂ ਨਜ਼ਰਾਂ ਟਿਕੀਆਂ ਨੇ, ਪਰ ਦੇਸ਼ ਵਾਸੀਆਂ ਨੂੰ ਇਸ ਬਜਟ ਤੋਂ ਖਾਸੀਆਂ ਉਮੀਦਾਂ ਨੇ। ਹਰ ਵਰਗ ਆਪਣੇ ਲਈ ਕੁਝ ਰਾਹਤ ਦੀ ਉਮੀਦ ਰੱਖੀ ਬੈਠਾ ਹੈ। ਛੋਟੇ ਮੱਧਵਰਗੀ ਸਣੇ ਵੱਡੇ ਵਪਾਰੀ ਰਾਹਤ ਦੀ ਉਮੀਦ 'ਚ ਨੇ ਅਤੇ ਮਹਿੰਗਾਈ ਦੇ ਦੌਰ 'ਚ ਮਹਿਲਾਵਾਂ ਵੀ ਘਰੇਲੂ ਬਜਟ ਨੂੰ ਲੈ ਕੇ ਚਿੰਤਤ ਨਜ਼ਰ ਆ ਰਹੀਆਂ ਨੇ। ਹੁਣ ਕੇਂਦਰ ਤੋਂ ਆਸ ਹੈ ਕਿ ਕੇਂਦਰੀ ਬਜਟ 'ਚ ਮਹਿਲਾਵਾਂ ਨੂੰ ਵੀ ਕੁਝ ਰਾਹਤ ਮਿਲੇਗੀ। उधर संसद सेशन का पहला हिस्सा 31 जनवरी तो शुरू हो चुका है, जो 13 फरवरी तक चलेगा। उत्थे ही 14 फरवरी तो 12 मार्च तक छुट्टी रहेगी। बजट सेशन का दूसरा हिस्सा 13 मार्च तो 6 अप्रैल तक चलेगा। हालांकि प्रधानमंत्री मोदी ने संकेत दिता है कि बजट देश के लोगों के हित 'च होवेगा। उधर विरोधी बजट पेश होने तो पहला ही केंद्र सरकार की मंशा ते सवाल खड़े कर रहे हैं। 10 ਲੱਖ ਕਰੋੜ ਰੁਪਈਆ ਪਿਛਲੇ ਸਮੇਂ ਦੇ ਵਿੱਚ ਬੈਂਕਾਂ ਦਾ ਵੱਟੇ ਖਾਤੇ ਪਾਤਾ ਔਰ ਮੈਨੂੰ ਨਹੀਂ ਲੱਗਦਾ ਵੀ ਇਹ ਤੋਂ ਆਮ ਬੰਦੇ ਨੂੰ ਕੋਈ ਉਮੀਦ ਹੋਵੇ ਵੀ ਹਾਂ ਵੀ ਇਹ ਜਿਹੜਾ ਹਿੰਦੁਸਤਾਨ ਦੀ ਸਰਕਾਰ ਜਿਹੜੀ ਬਜਟ ਦੇਣ ਜਾ ਰਹੀ ਆ ਉਹ ਕੋਈ ਬਹੁਤਾ ਵਧੀਆ ਹੋਊਗਾ। ਔਰ ਕਿਉਂਕਿ ਅਨਇੰਪਲੋਇਮੈਂਟ ਵਧੀ ਹੈਗੀ ਆ, ਜਿਹੜਾ ਲੋਨ ਦੀ ਰਿਕਵਰੀ ਉਹ ਘਟੀ ਹੈਗੀ ਆ। ਮੱਧਮ ਵਪਾਰੀ ਬਜਟ ਨੂੰ ਲੈ ਕੇ ਉਮੀਦਾਂ ਦੇ ਵਿੱਚ ਹੈ। ਟੂਰਿਜ਼ਮ ਇੰਡਸਟਰੀ ਦੇ ਨਾਲ ਸੰਬੰਧਿਤ ਵਪਾਰੀਆਂ ਮੁਤਾਬਕ ਕੋਰੋਨਾ ਕਾਰਨ ਟੂਰਿਜ਼ਮ ਇੰਡਸਟਰੀ ਨੇ ਪਹਿਲਾਂ ਹੀ ਭਾਰੀ ਘਾਟੇ ਨੂੰ ਝੱਲਿਆ ਹੈ। ਟੂਰਿਜ਼ਮ ਵਪਾਰੀ ਕੇਂਦਰ ਤੋਂ ਅਗਲੇ 10 ਸਾਲਾਂ ਦੇ ਲਈ ਟੂਰਿਜ਼ਮ ਇੰਡਸਟਰੀ ਨੂੰ ਟੈਕਸ ਫ੍ਰੀ ਕਰਨ ਦੀ ਮੰਗ ਕਰ ਰਹੇ ਨੇ। ਨਾਲ ਹੀ ਹੋਟਲਾਂ ਤੇ ਲੱਗੇ GST ਨੂੰ ਵੀ ਘੱਟ ਕਰਨ ਦੀ ਸਲਾਹ ਦਿੱਤੀ ਗਈ ਹੈ। ਕੇਂਦਰ ਸਰਕਾਰ ਨੂੰ ਟੂਰਿਜ਼ਮ ਨੂੰ ਵਧਾਵਾ ਦੇਣ ਤੇ ਫੋਕਸ ਕਰਨ ਦੀ ਵੀ ਅਪੀਲ ਕੀਤੀ ਗਈ। ਇਮੀਗ੍ਰੇਸ਼ਨ ਇੰਡਸਟਰੀ ਦੇ ਨਾਲ ਸੰਬੰਧਿਤ ਵਪਾਰੀਆਂ ਨੇ ਬ੍ਰੇਨ ਡਰੇਨ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਸੋਚਣ ਦੀ ਅਪੀਲ ਕੀਤੀ ਹੈ ਤੇ ਚਿੰਤਾ ਜਤਾਈ ਹੈ ਕਿ ਰੋਜ਼ਗਾਰ ਦੀ ਭਾਲ ਦੇ ਵਿੱਚ ਨੌਜਵਾਨ ਪੀੜ੍ਹੀ ਭਾਰੀ ਗਿਣਤੀ 'ਚ ਵਿਦੇਸ਼ਾਂ ਦਾ ਰੁਖ ਕਰ ਰਹੀ ਹੈ, ਜਿਸ ਨੂੰ ਰੋਕਣ ਦੀ ਲੋੜ ਹੈ। ਬਾਕੀ ਜਿਸ ਤਰ੍ਹਾਂ ਮੈਂ ਟਰੈਵਲ ਲਾਈਨ ਨਾਲ ਬਿਲੋਂਗ ਕਰਦਾ ਤੇ ਮੈਂ ਵੀ ਚਾਹਾਂਗਾ ਕਿ ਟੂਰਿਜ਼ਮ ਵਧਾਉਣ ਵਾਸਤੇ ਹੋਟਲਾਂ ਤੇ ਜਿਹੜਾ ਇਹਨਾਂ ਨਾਲ ਜ਼ਿਆਦਾ GST ਲੱਗਾ ਹੋਇਆ ਹੈ, ਇਹ GST ਘਟਾ ਕੇ ਵੀ ਚਾਈਨਾ ਵਾਂਗਣ, ਭਾਵੇਂ ਚਾਈਨਾ ਸੁਪਰ ਜਿਹੜੀ ਪਾਵਰ ਬਣਨ ਡਈ ਹੈ, ਉਹਨਾਂ ਨੇ GST 5% ਰੱਖਿਆ ਹੋਇਆ ਹੈ ਤੇ ਸਾਡੇ ਇੱਥੇ GST ਜਿਹੜਾ 28% ਤੱਕ ਚਲੇ ਜਾਂਦਾ ਹੈ। ਅਸੀਂ ਇਹ ਸਗੋਂ ਆਪਣੇ ਟੂਰਿਜ਼ਮ ਪ੍ਰਮੋਸ਼ਨ ਜਿਹੜੀ ਸਾਡੇ ਕੋਲ ਇੰਡੀਆ ਨੂੰ ਇੰਨੀ ਵਧੀਆ ਮਿਲੀ ਹੋਈ ਹੈ, ਰੱਬੋਂ ਹੀ ਇੰਨੇ ਕਿਲੇ ਇੰਨੀਆਂ ਚੀਜ਼ਾਂ ਮਿਲੀਆਂ ਹੋਈਆਂ ਦਿਖਾਉਣ ਵਾਸਤੇ, ਉਹਦੇ ਵਾਸਤੇ ਟੂਰਿਜ਼ਮ ਜਿਹੜੀ ਇੰਡਸਟਰੀ ਨੂੰ ਟੈਕਸ ਜਿਹੜੀ ਫ੍ਰੀ ਕਰ ਦੇਣਾ ਚਾਹੀਦਾ ਹੈ ਅਗਲੇ ਆਉਣ ਵਾਲੇ 10 ਸਾਲਾਂ ਵਾਸਤੇ, ਤਾਂ ਕਿ ਇੱਥੋਂ ਦੇ ਜਿੰਨੇ ਬੇਰੁਜ਼ਗਾਰ ਲੋਕ ਨੇ ਉਹਨਾਂ ਸਾਰਿਆਂ ਨੂੰ ਕੰਮ ਮਿਲ ਜਾਣੇ। ਐਸੇ गाइड, ऐसे ड्राइवर, ऐसे ट्रैवल एजेंसियाँ। क्योंकि मैं एजुकेशन सेक्टर को बिलोंग करती हूँ एंड आई हैव बीन इनटू दिस प्रोफेशन फॉर ऑलमोस्ट 15 इयर्स नाउ, मेरी एक बहुत क्लियर एक्सपेक्टेशंस हैं गवर्नमेंट से कि इंडिया में एक बहुत मेजर इशू है जिसको शायद मीडिया भी इतना हाईलाइट नहीं कर रहा, जो कि ब्रेन ड्रेन का इशू है। हमारा यूथ ना यहाँ रहना चाहता है एंड ऑनेस्टली उनके लिए इनफ जॉब अपॉर्चुनिटीज़, हायर एजुकेशन फैसिलिटीज़ अवेलेबल भी नहीं है। सो सरकार जितना भी हो सके, आई थिंक दे शुड एलोकेट फंड्स फॉर हायर एजुकेशन, दे शुड फोकस मोर ऑन वोकेशनल ट्रेनिंग। एजुकेशन सेक्टर की एलोकेशन बढ़ाती है या कोई ऐसी स्कीम्स अनाउंस करती है तो दैट इज़ द बेस्ट थिंग दे कैन डू। ਬਜਟ ਨੂੰ ਲੈ ਕੇ ਨੌਜਵਾਨ ਪੀੜ੍ਹੀ ਵੀ ਜਾਗਰੂਕ ਨਜ਼ਰ ਆ ਰਹੀ ਹੈ। ਨੌਜਵਾਨਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਦੇਸ਼ ਅੰਦਰ ਸਟਾਰਟਅਪ ਨੂੰ ਉਤਸ਼ਾਹਿਤ ਕਰਨ ਤੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ, ਤਾਂ ਜੋ ਨੌਜਵਾਨ ਪੀੜ੍ਹੀ ਵਿਦੇਸ਼ਾਂ ਦਾ ਰੁਖ ਨਾ ਕਰੇ। ਇਸ ਤੋਂ ਇਲਾਵਾ ਨੌਜਵਾਨ ਪੀੜ੍ਹੀ ਨੇ ਮਿਡਲ ਕਲਾਸ ਨੂੰ ਇਨਕਮ ਟੈਕਸ ਦੇ ਵਿੱਚ ਛੋਟ ਦੇਣ ਦੀ ਵੀ ਅਪੀਲ ਕੀਤੀ ਹੈ। जो इनकम टैक्स का स्लैब स्पेशली ये है कि जो मिडिल क्लास फैमिलीज़ हैं उनको इस तरह से होना चाहिए कि सारा बर्डन सिर्फ मिडिल क्लास या जो जॉब वर्कर्स हैं उन पे नहीं आना चाहिए, हाई क्लास पे भी ज़्यादा बर्डन आना चाहिए। इनकम के हिसाब से हम देखते हैं कि टैक्स हमेशा वैसे ही होता है, लेकिन फिर भी जो मिडिल क्लास होता है उस पर हमेशा सबसे ज़्यादा टैक्स बर्डन आता है। तो गवर्नमेंट को ऐसा कुछ करना चाहिए कि उनका टैक्स बर्डन मैनेज हो और इस तरह से स्टार्टअप्स या फिर इंडस्ट्रीज़ या कंपनीज़ उनको कुछ इस तरह से प्रोविजंस दी जाएँ या टैक्स इस तरह से कम किए जाए उनके उस पर कि यहीं पे लोग अपनी जॉब्स ढूंढें या यहाँ पे कंपनीज़ खोलें, इंडस्ट्रीज़ खोलें। लेकिन अगर उस पर टैक्स ज़्यादा होंगे तो कोई भी नहीं खोलेगा, तो इस तरह से मैनेज करना चाहिए कि यहाँ पे कंपनीज़ खोले तो कोई भी बाहर नहीं जाएगा। ਜਿਹੜੇ ਸਾਡੇ ਪੰਜਾਬ ਦੇ ਵਿੱਚ ਜਿਹੜੀ 올ਡ ਏਜ ਪੈਨਸ਼ਨ ਆ ਉਹ ਇਸ ਵੇਲੇ ਸਿਰਫ 1500 ਰੁਪਏ ਆ ਤੇ ਬਾਕੀ ਫਰਦਰ ਸਟੇਟਸ ਦੇ ਵਿੱਚ ਹੈਗੀਆਂ 2500, ਕਿਸੇ 'ਚ 2200 ਵੀ ਤੇ 2100 ਵੀ ਆ। ਤੇ ਜਿਹੜੀ ਪੰਜਾਬ ਸਰਕਾਰ ਉਹਨਾਂ ਨੂੰ ਚਾਹੀਦਾ ਕਿ ਉਹ ਜਿਹੜਾ 올ਡ ਏਜ ਪੈਨਸ਼ਨ ਆ ਉਹ ਉਹਦੇ 'ਚ ਇਜ਼ਾਫਾ ਕਰਨ ਕਿ ਜਿਹੜੇ ਕਈ ਬਜ਼ੁਰਗ ਹੈਗੇ ਜਿਨ੍ਹਾਂ ਦੇ ਬੱਚੇ ਉਹਨਾਂ ਨੂੰ ਜਾਂ ਛੱਡ ਕੇ ਚਲੇ ਗਏ ਜਾਂ ਉਹਨਾਂ ਦੇ ਕੋਈ ਹੈ ਨਹੀਂ ਗਾ ਵੀ ਫਰਦਰ ਉਹ ਆਪਣਾ ਖਰਚਾ ਨਹੀਂ ਕਰ ਸਕਦੇ, ਤੇ ਉਹਨਾਂ ਨੂੰ ਪੈਨਸ਼ਨ ਜ਼ਰੂਰ ਵਧਾਉਣੀ ਚਾਹੀਦੀ ਹੈ।
ਮਹਿੰਗਾਈ ਦੇ ਦੌਰ 'ਚ ਮਹਿਲਾਵਾਂ ਨੂੰ ਵੀ ਕੇਂਦਰ ਤੋਂ ਰਾਹਤ ਦੀ ਆਸ ਹੈ। ਮਹਿਲਾਵਾਂ ਮੁਤਾਬਕ ਕੇਂਦਰੀ ਬਜਟ ਘਰੇਲੂ ਬਜਟ ਨੂੰ ਵੱਡੇ ਪੱਧਰ ਤੇ ਪ੍ਰਭਾਵਿਤ ਕਰਦਾ ਹੈ। ਮਹਿੰਗਾਈ ਨੂੰ ਠੱਲ ਪਾਈ ਜਾਏ ਤੇ ਹਰ ਰੋਜ਼ ਵਰਤੋਂ ਦੀਆਂ ਚੀਜ਼ਾਂ ਦੇ ਰੇਟ ਘੱਟ ਕੀਤੇ ਜਾਣ। ਮਹਿਲਾਵਾਂ ਦੀ ਦਲੀਲ ਮੁਤਾਬਕ ਦਾਲ, ਆਟਾ, ਸਣੇ, ਤੇਲ, ਘਿਓ ਖਰੀਦਣਾ ਔਖਾ ਹੋਇਆ ਪਿਆ। ਉਧਰ ਘਰੇਲੂ ਬੇਕਰੀ ਦਾ ਕੰਮ ਕਰਨ ਵਾਲੀਆਂ ਮਹਿਲਾਵਾਂ ਦੀ ਦਲੀਲ ਹੈ ਕਿ ਰॉ ਮਟੀਰੀਅਲ ਮਹਿੰਗਾ ਹੋ ਰਿਹਾ ਹੈ, ਪਰ ਉਹਨਾਂ ਨੂੰ ਪ੍ਰੋਡਕਟਸ ਪੁਰਾਣੇ ਭਾਅ ਤੇ ਹੀ ਵੇਚਣੇ ਪੈ ਰਹੇ ਨੇ। ਨਤੀਜਨ ਵਪਾਰ ਘਾਟੇ ਦਾ ਸੌਦਾ बन गए। हम रसोई में जाते हैं तो ऐसे लगता है भी आज क्या बनाएं। ब्रेड लेते हैं, वो भी अब उसका भी रेट बढ़ गया काफ़ी। हम सोचते हैं कुछ चीज़ें जैसे जो घर की चीज़ें हैं रसोई में यूज़ करते हैं वो चीज़ें थोड़ी सी सस्ती होनी चाहिए, उसका रेट थोड़ा सा कम हो, जिससे कि हम महंगाई हमें भी लगने लगी। जो मीडियम लोग हैं हमें महंगाई इतनी ज़्यादा लगने लगी। मैं ये सोचती हूँ जो गरीब लोग हैं वो कैसे गुजारा करते होंगे। आटे का भी रेट बहुत बढ़ गया। आटा भी अब पहले 150 था, 150 भी ज़्यादा हो गया, 200 रुपये हो गया। हमारा जो रॉ मटेरियल जो बेकरी में हम बेसिकली यूज़ करते हैं वो अब बहुत ज़्यादा प्राइस पे हमारे को मिलता है, और हमारे को जो वो कस्टमर हमारे को समझ ही नहीं सकते कि हमारा रॉ मटेरियल भी महंगा हो रहा है। जैसे हमारी गैस है बहुत महंगी हो रही है, आटे का रेट है वो बहुत महंगा हो गया है, मैदा हमारे को बहुत महंगा मिलता है, शुगर जो हमारी बेसिकली रॉ मटेरियल जो हमारी बेकरी में यूज़ हो रही है। ABP Sonja, जोश, जज्बा, जुनून।